हाँ जी प्यारे विद्यार्थियों, प्यार भरी सत श्री अकाल। अज असी दूजी जमात का व्याकरण भाग का पाठ नंबर 2 भाषा जां बोली करन जा रहे हाँ। भाषा जां बोली बारे जानने तो पहला बेटा मैं तुहानूं कुछ गल्लां समझाउणियां चाहुंदी हां कि जदों असी किसी नूं अपनी गल कहनी होवे तां आपां कई तरीके वरतदे हां। फस्ट सब तो पहला असी बोल के दूजे नूं अपनी गल समझाउने हां, जिवें कि असी जे टैलीफोन ते गल करदे हां ਤਾਂ ਵੀ ਅਸੀਂ ਸਾਹਮਣੇ ਵਾਲੇ ਨੂੰ ਬੋਲ ਕੇ ਆਪਣੀ ਗੱਲ ਦੱਸਦੇ ਹਾਂ। ਜੇ ਅਸੀਂ ਆਮਣੇ ਸਾਹਮਣੇ ਖੜ ਕੇ ਗੱਲਾਂ ਕਰਦੇ ਹਾਂ ਤਾਂ ਵੀ ਆਪਾਂ ਕਿਸੇ ਨੂੰ ਬੋਲ ਕੇ ਆਪਣੀ ਗੱਲ ਦੱਸ ਰਹੇ ਹੁੰਦੇ ਹਾਂ। ਇਸ ਤੋਂ ਇਲਾਵਾ ਕਈ ਵਾਰੀ ਜਿਵੇਂ ਆਪਾਂ ਸਕੂਲ ਦੇ ਵਿੱਚੋਂ ਛੁੱਟੀ ਲੈਣੀ ਹੋਵੇ ਤਾਂ ਆਪਾਂ ਅਰਜੀ ਲਿਖਦੇ ਹਾਂ, ਪੱਤਰ ਲਿਖਦੇ ਹਾਂ, ਠੀਕ ਹੈ ਨਾ। ਇਸ ਤੋਂ ਇਲਾਵਾ ਜੇ ਆਪਾਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਲਿਖ ਕੇ ਚਿੱਠੀ ਵੀ ਪਾਉਂਦੇ ਹਾਂ ਤਾਂ ਉੱਥੇ ਆਪਣੀ ਗੱਲ ਜਿਹੜੀ ਹੁੰਦੀ ਅਸੀਂ ਲਿਖ ਕੇ ਸਮਝਾਉਂਦੇ ਹਾਂ। ਅਤੇ ਕਈ ਥਾਵੇਂ ਪਤਾ ਕੀ ਹੁੰਦਾ ਹੈ ਵੀ ਅਸੀਂ ਬੋਲ ਕੇ ਵੀ ਨਹੀਂ ਅਤੇ ਲਿਖਦੇ ਵੀ ਨਹੀਂ, ਅਤੇ ਸਿਰਫ ਇਸ਼ਾਰਿਆਂ ਨਾਲ ਆਪਣੀ ਗੱਲ ਹੈ ਜਿਹੜੀ ਦੂਜੇ ਨੂੰ ਸਮਝਾ ਦਿੰਦੇ ਹਾਂ। ਜਿਵੇਂ ਕਿ ਕੋਈ ਛੋਟਾ ਬੱਚਾ ਹੈ, ਉਹਨੂੰ ਭੁੱਖ ਲੱਗੀ ਹੋਵੇ ਤਾਂ ਉਹ ਇਸ਼ਾਰੇ ਨਾਲ ਦੱਸ ਦਿੰਦਾ ਹੈ। ਕਈ ਵਾਰੀ ਆਪਾਂ ਜੇ ਕੁਛ ਬੋਲਣਾ ਨਾ ਹੋਵੇ, ਚੁੱਪ ਸਾਈਲੈਂਟ ਦਾ ਸਾਈਨ ਦੇ ਕੇ ਸਾਹਮਣੇ ਵਾਲੇ ਨੂੰ ਮੂੰਹ 'ਤੇ ਉਂਗਲ ਰੱਖ ਕੇ ਕਹਿ ਦਿੰਦੇ ਹਾਂ ਵੀ ਚੁੱਪ ਰਹੋ, ਕਹਿਣਾ ਹੋਵੇ ਵੀ ਚੁੱਪ ਰਹੋ, ਬੋਲਣਾ ਵੀ ਨਾ ਹੋਵੇ ਤਾਂ ਇਸ਼ਾਰਾ ਕਰ ਦਿੰਦੇ ਹਾਂ। ਜਾਂ ਕਈ ਵਾਰੀ ਉਂਗਲ ਮਾਰ ਦਿੰਦੇ ਹਾਂ ਵੀ ਨਹੀਂ ਇਸ ਤਰ੍ਹਾਂ ਨਹੀਂ ਕਰਨਾ, ਤਾਂ ਉਹ ਸਾਰੇ ਕੀ ਹੁੰਦੇ ਆ ਇਸ਼ਾਰੇ। ਬੇਟਾ ਇਸ ਤਰ੍ਹਾਂ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ? ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਵੀ ਆਪਣੇ ਮਨ ਦੇ ਵਿਚਾਰ ਅਸੀਂ ਪ੍ਰਗਟ ਕਰਦੇ ਹਾਂ, ਉਹਨੂੰ ਕੀ ਕਹਿੰਦੇ ਹਾਂ ਅਸੀਂ? ਭਾਸ਼ਾ ਜਾਂ ਬੋਲੀ। ਜਿਸ ਸਾਧਨ ਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਵਿਚਾਰ ਦੂਜੇ ਨੂੰ ਦੱਸਦੇ ਹਾਂ ਜਾਂ ਕਿਸੇ ਦੇ ਸਾਹਮਣੇ ਪ੍ਰਗਟ ਕਰਦੇ ਹਾਂ, ਉਸ ਨੂੰ ਅਸੀਂ ਬੋਲੀ ਜਾਂ ਭਾਸ਼ਾ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਬੇਟਾ ਅਗਲਾ ਸਾਡਾ ਪ੍ਰਸ਼ਨ ਆ ਜਾਂਦਾ ਕਿ ਬੋਲੀ ਦੀਆਂ ਕਿਸਮਾਂ। ਬੋਲੀ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਸਭ ਤੋਂ ਪਹਿਲੀ ਕਿਸਮ ਹੁੰਦੀ ਹੈ ਮੌਖਿਕ ਭਾਸ਼ਾ। ਮੌਖਿਕ ਭਾਸ਼ਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਿਹਦੇ ਵਿੱਚ ਅਸੀਂ ਬੋਲ ਕੇ ਆਪਣੀ ਗੱਲ ਦੂਜੇ ਨੂੰ ਸਮਝਾਉਂਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਮੌਖਿਕ ਭਾਸ਼ਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਟੈਲੀਫੋਨ 'ਤੇ ਗੱਲ ਕਰ ਰਹੇ ਹਾਂ, ਜਾਂ ਤੁਹਾਡੇ ਦਾਦੀ ਜੀ ਤੁਹਾਨੂੰ ਕੋਈ ਕਹਾਣੀ ਸੁਣਾ ਰਹੇ ਹੈ, ਜਾਂ ਤੁਹਾਡੇ ਪਾਪਾ ਬੋਲ ਕੇ ਤੁਹਾਨੂੰ ਕੋਈ ਗੱਲ ਸਮਝਾ ਰਹੇ ਹੈ, ਤਾਂ ਉਹ ਕਿਹੜੀ ਭਾਸ਼ਾ ਹੋਏਗੀ? ਮੌਖਿਕ ਭਾਸ਼ਾ, ਜਿਹਦੇ ਵਿੱਚ ਅਸੀਂ ਆਪਣੇ ਵਿਚਾਰ ਜਾਂ ਕੋਈ ਸਾਨੂੰ ਆਪਣੀ ਗੱਲ ਹੈ ਜਿਹੜੀ ਬੋਲ ਕੇ ਦੱਸਦਾ, ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਮੌਖਿਕ ਭਾਸ਼ਾ। ਅਤੇ ਦੂਜੀ ਹੁੰਦੀ ਹੈ ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ? ਜਿਸ ਦੇ ਵਿੱਚ ਅਸੀਂ ਆਪਣੇ ਵਿਚਾਰ ਲਿਖ ਕੇ ਕਿਸੇ ਨੂੰ ਦੱਸਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਕੂਲ ਦੇ ਵਿੱਚ ਤੁਸੀਂ ਛੁੱਟੀ ਲੈਣ ਲਈ ਅਰਜੀ ਭੇਜਦੇ ਹੋ, ਠੀਕ ਹੈ ਨਾ। ਕਿਸੇ ਰਿਸ਼ਤੇਦਾਰ ਭੈਣ ਭਰਾ ਜਾਂ ਮਾਤਾ ਪਿਤਾ ਨੂੰ ਚਿੱਠੀ ਲਿਖਦੇ ਹੋ। ਇਸ ਤੋਂ ਇਲਾਵਾ ਜੇ ਤੁਹਾਡੇ ਕੋਈ ਅਧਿਆਪਕ ਤੁਹਾਨੂੰ ਪ੍ਰਸ਼ਨ ਪੁੱਛਦੇ ਆ ਤਾਂ ਉਹਦਾ ਉੱਤਰ ਤੁਸੀਂ ਲਿਖ ਕੇ ਦਿੰਦੇ ਹੋ। ਦੋ ਤਰ੍ਹਾਂ ਨਾਲ ਉੱਤਰ ਦਿੰਦੇ ਆ। ਇੱਕ ਤਾਂ ਓਰਲ, ਜਿਵੇਂ ਕਲਾਸ ਦੇ ਵਿੱਚ ਤੁਹਾਡੇ ਮੈਡਮ ਨੇ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਤਾਂ ਤੁਸੀਂ ਜ਼ੁਬਾਨੀ ਬੋਲ ਕੇ ਉਹਦਾ ਉੱਤਰ ਦੇਤਾ, ਉਹ ਕਿਹਦੇ ਅੰਡਰ ਆਊਗਾ? ਮੌਖਿਕ ਭਾਸ਼ਾ ਦੇ। ਪਰ ਜੇ ਉਸੇ ਪ੍ਰਸ਼ਨ ਦਾ ਉੱਤਰ ਤੁਸੀਂ ਲਿਖ ਕੇ ਦਿਓਗੇ ਤਾਂ ਉਹ ਕਿਹਦੇ ਅੰਡਰ ਆ ਜਾਏਗਾ? ਲਿਖਤੀ ਭਾਸ਼ਾ ਦੇ ਅੰਡਰ। ਉਸ ਤੋਂ ਬਾਅਦ ਬੇਟਾ ਭਾਸ਼ਾ ਦੀਆਂ ਕੁਝ ਹੋਰ ਕਿਸਮਾਂ ਨੇ। ਇਸ ਤੋਂ ਇਲਾਵਾ ਭਾਸ਼ਾ ਦੇ ਕੁਝ ਹੋਰ ਰੂਪ ਦੱਸੇ ਗਏ ਨੇ। ਜਿਵੇਂ ਮੌਖਿਕ ਅਤੇ ਲਿਖਤੀ ਦੋ ਮੁੱਖ ਰੂਪ ਨੇ ਇਹਦੇ, ਕਿ ਭਾਸ਼ਾ ਜਾਂ ਤਾਂ ਲਿਖਤੀ ਹੁੰਦੀ ਹੈ ਜਾਂ ਮੌਖਿਕ ਹੁੰਦੀ ਹੈ। ਇੱਕ ਜਿਹੜੀ ਇਸ਼ਾਰਿਆਂ ਵਾਲੀ ਭਾਸ਼ਾ, ਉਹਨੂੰ ਬੇਟਾ ਕਿਸੇ ਕੈਟਾਗਰੀ ਦੇ ਅੰਡਰ ਨਹੀਂ ਲਿਆਂਦਾ ਜਾਂਦਾ। ਵੈਸੇ ਸੰਕੇਤਕ ਭਾਸ਼ਾ ਹੁੰਦੀ ਹੈ ਉਹ, ਜਿਹੜੀ ਇਸ਼ਾਰਿਆਂ ਨਾਲ ਅਸੀਂ ਗੱਲ ਸਮਝਾਉਂਦੇ ਹਾਂ, ਪਰ ਉਸ ਨੂੰ ਕਿਸੇ ਕੈਟੇਗਰੀ ਦੇ ਅੰਡਰ ਨਹੀਂ ਲਿਆਂਦੇ। ਅਸੀਂ ਬੋਲੀ ਦੇ ਸਿਰਫ ਦੋ ਹੀ ਰੂਪ ਕਰਦੇ ਹਾਂ, ਭਾਸ਼ਾ ਦੇ ਦੋ ਹੀ ਕਰਦੇ ਹਾਂ, ਲਿਖਤੀ ਅਤੇ ਮੌਖਿਕ, ਠੀਕ ਹੈ ਜੀ। ਉਸ ਤੋਂ ਬਾਅਦ ਭਾਸ਼ਾ ਦੇ ਕੁਝ ਰੂਪ ਨੇ। ਮਾਂ ਬੋਲੀ। ਮਾਂ ਬੋਲੀ ਕੀ ਹੁੰਦੀ ਹੈ ਬੱਚਿਓ? ਜਿਹੜੀ ਅਸੀਂ ਆਪਣੇ ਮਾਂ ਤੋਂ ਸਿੱਖਦੇ ਹਾਂ। ਸਭ ਤੋਂ ਪਹਿਲਾਂ ਜਨਮ ਲੈਣ ਤੋਂ ਬਾਅਦ ਬੱਚਾ ਕਿਹਦੀ ਭਾਸ਼ਾ ਸੁਣਦਾ ਹੈ? ਆਪਣੀ ਮਾਂ ਦੀ। ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਦੀ। ਤਾਂ ਜਿਹੜੀ ਭਾਸ਼ਾ ਉਹ ਆਪਣੀ ਮਾਂ ਕੋਲੋਂ ਸਿੱਖਦਾ ਹੈ, ਉਹਨੂੰ ਕੀ ਕਹਿੰਦੇ ਆਪਾਂ? ਮਾਂ ਬੋਲੀ। ਅਤੇ ਸਾਡੀ ਮਾਂ ਬੋਲੀ ਕਿਹੜੀ ਹੈ? ਪੰਜਾਬੀ। ਕਿਉਂਕਿ ਸਾਡੇ ਮਾਤਾ ਪਿਤਾ ਪੰਜਾਬੀ ਬੋਲਦੇ ਹੈ, ਤਾਂ ਪੰਜਾਬੀ ਸਾਡੀ ਕੀ ਹੈ? ਮਾਂ ਬੋਲੀ। ਉਸ ਤੋਂ ਬਾਅਦ ਗੱਲ ਹੈ ਪੰਜਾਬੀ ਬੋਲੀ ਦੀ। ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੋਣ ਦੇ ਨਾਲ ਨਾਲ ਸਾਡੇ ਪੰਜਾਬ ਦੀ ਰਾਜ ਭਾਸ਼ਾ ਵੀ ਹੈ। ਪੰਜਾਬ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਕੀ ਕਹਿੰਦੇ ਹਾਂ? ਮਾਂ ਬੋਲੀ ਪੰਜਾਬੀ ਸਾਡੀ ਰਾਜ ਭਾਸ਼ਾ ਵੀ ਹੈ ਅਤੇ ਸਾਡੀ ਮਾਂ ਬੋਲੀ ਵੀ ਹੈ। ਇਸ ਤੋਂ ਇਲਾਵਾ ਬੇਟਾ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਹਨ। ਸਾਡੇ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਦੇ ਵਿੱਚ 22 ਭਾਸ਼ਾਵਾਂ ਜਿਹੜੀ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ। 22 ਭਾਸ਼ਾਵਾਂ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਬੋਲੀਆਂ ਜਾਂਦੀਆਂ, ਮਾਨਤਾ ਪ੍ਰਾਪਤ ਭਾਸ਼ਾਵਾਂ। ਬਾਕੀ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਪਰ 22 ਭਾਸ਼ਾਵਾਂ ਇਹ ਜਿਹੀਆਂ ਨੇ ਜਿਨ੍ਹਾਂ ਨੂੰ ਸਾਡੇ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹੈ। ਉਹ ਕਿਹੜੀਆਂ ਨੇ? ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਮਲਿਆਲਮ, ਕੰਨੜ, ਤੇਲਗੂ, ਤਾਮਿਲ, ਕਸ਼ਮੀਰੀ, ਅਸਾਮੀ, ਉੜੀਆ, ਬੰਗਾਲੀ,
मराठी, गुजराती, कोकणी, मणिपुरी, सिंधी, नेपाली, डोगरी, बोडो, मैथिली, संथली। ਤਾਂ ਇਹ ਸਾਰੀਆਂ ਸਾਡੀਆਂ 22 ਭਾਸ਼ਾਵਾਂ ਨੇ ਬੇਟਾ ਜਿਨ੍ਹਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਹੈ। ਪੰਜਾਬ ਦੇ ਵਿੱਚ ਸਿਰਫ ਪੰਜਾਬੀ ਬੋਲੀ ਜਾਂਦੀ ਹੈ ਅਤੇ ਜਿਹੜੀਆਂ ਇਹ 22 ਭਾਸ਼ਾਵਾਂ ਨੇ ਇਹ ਪੂਰੇ ਭਾਰਤ ਦੇ ਵਿੱਚ ਅੱਡ ਅੱਡ ਰਾਜਾਂ ਦੇ ਵਿੱਚ ਬੋਲੀਆਂ ਜਾਂਦੀਆਂ ਨੇਗੀਆਂ। ਉਸ ਤੋਂ ਬਾਅਦ ਗੱਲ ਕਰੀਏ ਅੰਤਰਰਾਸ਼ਟਰੀ ਭਾਸ਼ਾ ਦੀ। ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਬੇਟਾ ਜਿਹੜੀ ਇੱਕ ਰਾਸ਼ਟਰ ਤੋਂ ਇਲਾਵਾ ਬਹੁਤ ਸਾਰੇ ਰਾਸ਼ਟਰਾਂ ਦੇ ਵਿੱਚ ਸਾਂਝੀ ਹੁੰਦੀ ਹੈ। ਉਹਨੂੰ ਇੱਕ ਕਿਸੇ ਰਾਸ਼ਟਰ ਵਿੱਚ ਨਹੀਂ ਬਹੁਤ ਸਾਰੇ ਰਾਸ਼ਟਰਾਂ ਦੇ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ। ਜਿਵੇਂ ਕਿ ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ ਜਿਸ ਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਾਨਤਾ ਪ੍ਰਾਪਤ ਹੈ। ਰਾਸ਼ਟਰ ਦੇ ਇਕੱਲੇ ਇੱਕ ਰਾਸ਼ਟਰ ਦੀ ਭਾਸ਼ਾ ਨਹੀਂ, ਉਹ ਬਹੁਤ ਸਾਰੇ ਰਾਸ਼ਟਰਾਂ ਦੀ ਭਾਸ਼ਾ ਹੈ, ਇਸ ਕਰਕੇ ਇਸ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ ਭਾਰਤ ਵਿੱਚ ਹਿੰਦੀ, ਇੰਗਲੈਂਡ ਵਿੱਚ ਅੰਗਰੇਜ਼ੀ, ਅਰਬ ਵਿੱਚ ਅਰਬੀ ਅਤੇ ਚੀਨ ਵਿੱਚ ਮੈਂਡਰਿਨ, ਜਰਮਨੀ ਵਿੱਚ ਜਰਮਨ ਅਤੇ ਜਪਾਨ ਵਿੱਚ ਜਪਾਨੀ। ਇਹ ਵੱਖ-ਵੱਖ ਦੇਸ਼ਾਂ ਦੀਆਂ ਭਾਸ਼ਾਵਾਂ ਨੇ। ਇਸ ਤੋਂ ਇਲਾਵਾ ਜਿਹੜੀ ਅੰਗਰੇਜ਼ੀ ਹੈ ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਬੋਲਿਆ ਜਾਂਦਾ ਹੈ ਉਹ ਕਿਉਂਕਿ ਉਹ ਪੂਰੇ ਰਾਸ਼ਟਰ ਦੇ ਵਿੱਚ ਸਾਰੇ ਰਾਸ਼ਟਰਾਂ ਦੇ ਆਪਸ ਵਿੱਚ ਸੰਚਾਰ ਦਾ ਮਾਧਿਅਮ ਹੈ। ਇਸ ਤਰ੍ਹਾਂ ਬੇਟਾ ਇਸ ਪਾਠ ਦੇ ਵਿੱਚ ਅਸੀਂ ਕੀ ਸਿੱਖਿਆ? ਸਭ ਤੋਂ ਪਹਿਲਾਂ ਭਾਸ਼ਾ ਹੁੰਦੀ ਕੀ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਵਿਚਾਰ ਇੱਕ ਦੂਜੇ ਨੂੰ ਸਮਝਾਉਂਦੇ ਹਾਂ, ਉਸ ਨੂੰ ਭਾਸ਼ਾ ਕਹਿੰਦੇ ਹਨ। ਜਿਨ੍ਹਾਂ ਸ਼ਬਦਾਂ ਰਾਹੀਂ ਜਾਂ ਬੋਲ ਕੇ ਅਸੀਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਉਹ ਭਾਸ਼ਾ ਹੁੰਦੀ ਹੈ। ਫਿਰ ਅਸੀਂ ਭਾਸ਼ਾ ਦੇ ਰੂਪ ਦੇਖੇ ਕਿ ਭਾਸ਼ਾ ਦੇ 2 ਰੂਪ ਹੁੰਦੇ ਹਨ, ਮੌਖਿਕ ਅਤੇ ਲਿਖਤ। ਫਿਰ ਉਸ ਤੋਂ ਬਾਅਦ ਅਸੀਂ ਭਾਸ਼ਾ ਦੇ ਹੋਰ ਰੂਪਾਂ ਬਾਰੇ ਗੱਲ ਕੀਤੀ। ਮਾਂ ਬੋਲੀ ਜਿਹੜੀ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ। ਪੰਜਾਬੀ ਬੋਲੀ ਕਿਹੜੀ ਹੈ ਜਿਹੜੀ ਪੰਜਾਬ ਰਾਜ ਦੇ ਵਿੱਚ ਬੋਲੀ ਜਾਂਦੀ ਹੈ। ਸਾਡੀਆਂ ਭਾਸ਼ਾਵਾਂ ਕਿਹੜੀਆਂ ਨੇ? ਸਾਡੀਆਂ 22 ਭਾਸ਼ਾਵਾਂ ਨੇ। ਪੂਰੇ ਭਾਰਤ ਦੇ ਵਿੱਚ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਮਾਨਤਾ ਪ੍ਰਾਪਤ ਭਾਸ਼ਾਵਾਂ। ਉਸ ਤੋਂ ਬਾਅਦ ਗੱਲ ਕੀਤੀ ਅਸੀਂ ਅੰਤਰਰਾਸ਼ਟਰੀ ਭਾਸ਼ਾ ਦੀ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ ਹੈ ਜੋ ਕਿ ਪੂਰੇ ਰਾਸ਼ਟਰ ਦੇ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਵਿੱਚ ਬੋਲੀ ਜਾਂਦੀ ਹੈ। ਇਸ ਤਰ੍ਹਾਂ ਬੇਟਾ ਭਾਸ਼ਾ ਦੇ ਰੂਪ ਮੈਂ ਤੁਹਾਨੂੰ ਸਮਝਾ ਦਿੱਤੇ ਹਨ। ਉਸ ਤੋਂ ਬਾਅਦ ਤੁਹਾਡੇ ਪਾਠ ਦੇ ਵਿੱਚ ਅਭਿਆਸ ਦੇ ਪ੍ਰਸ਼ਨ ਹਨ, ਉਹਨਾਂ ਨੂੰ ਤੁਸੀਂ ਹੱਲ ਕਰ ਲੈਣਾ ਹੈ। ਜਿਵੇਂ ਪਹਿਲਾ ਪ੍ਰਸ਼ਨ ਹੈ ਉਹਦੇ ਵਿੱਚ ਤੁਸੀਂ ਭਾਸ਼ਾ ਦੀਆਂ ਕਿਸਮਾਂ ਦੱਸਣੀਆਂ ਨੇ। ਦੂਜੇ ਪ੍ਰਸ਼ਨ ਵਿੱਚ ਤੁਹਾਨੂੰ ਕੁਝ ਤਸਵੀਰਾਂ ਦਿਖਾਈਆਂ ਗਈਆਂ ਨੇ, ਉਹਨਾਂ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਉੱਥੇ ਕਿਹੜੀ ਭਾਸ਼ਾ ਦੀ ਵਰਤੋਂ ਹੋ ਰਹੀ ਹੈ, ਮੌਖਿਕ ਦੀ ਜਾਂ ਲਿਖਤ ਭਾਸ਼ਾ ਦੀ। ਠੀਕ ਹੈ, ਉੱਥੇ ਵਿੱਚ ਸਾਹਮਣੇ ਵਾਲਾ ਜਿਹੜਾ ਭਾਸ਼ਾ ਨੂੰ ਕਿਸ ਤਰ੍ਹਾਂ ਸਮਝ ਰਿਹਾ ਹੈ, ਲਿਖਤੀ ਰੂਪ ਵਿੱਚ ਜਾਂ ਮੌਖਿਕ ਰੂਪ ਵਿੱਚ। ਉਸ ਤੋਂ ਬਾਅਦ ਖਾਲੀ ਥਾਵਾਂ ਭਰਨੀਆਂ ਨੇ ਬੇਟਾ। ਉਹ ਪ੍ਰਸ਼ਨਾਂ ਦੇ ਉੱਤਰ ਤੁਸੀਂ ਥੱਲਿਓਂ ਖਾਲੀ ਥਾਵਾਂ ਭਰ ਦੇਣੀਆਂ ਨੇ। ਉਸ ਤੋਂ ਬਾਅਦ ਤੁਹਾਡੇ ਪ੍ਰਸ਼ਨ ਹਨ, ਭਾਸ਼ਾ ਜਾਂ ਬੋਲੀ ਕਿਸ ਨੂੰ ਕਹਿੰਦੇ ਹਨ? ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਹਨਾਂ ਦੇ ਨਾਂ ਲਿਖੋ। ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਕਿਸ ਭਾਸ਼ਾ ਨੂੰ ਅੰਤਰਰਾਸ਼ਟਰੀ ਬੋਲੀ ਜਾਂ ਮਾਤ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ? ਇਹ ਪ੍ਰਸ਼ਨ ਤੁਸੀਂ ਹੱਲ ਕਰ ਲੈਣੇ ਹਨ। ਜੇ ਕੁਝ ਵੀ ਸਮਝ ਨਾ ਆਵੇ ਤਾਂ ਮੈਂ ਤੁਹਾਨੂੰ ਸੈਸ਼ਨ ਦੇ ਵਿੱਚ ਉਹਦੇ ਹੱਲ ਹੈ ਜਿਹੜੇ ਉਹ ਦੱਸ ਦੇਵਾਂਗੀ। ਬਾਕੀ ਪ੍ਰਸ਼ਨਾਂ ਦੇ ਉੱਤਰ ਤੁਹਾਡੇ ਕਿਤਾਬ ਦੇ ਵਿੱਚ ਦਿੱਤੇ ਹੋਏ ਹਨ, ਉੱਥੋਂ ਹੱਲ ਕਰ ਲੈਣੇ ਹਨ। ਧੰਨਵਾਦ।